ਧੰਨ ਧੰਨ ਬਾਲਾ ਪ੍ਰੀਤਮ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਜੀ ਵਿਖੇ ਚਵਰ ਛਤਰ ਤਖਤ ਦੇ ਮਾਲਕ ਸਤਿਗੁਰੂ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਜੁੜ ਬੈਠੇ ਗੁਰੂ ਕਾ ਖਾਸ ਰੂਪ ਸਾਧ ਸੰਗਤ ਜੀ, ਆਪ ਸਰਬੱਤ ਧਨਤਾ ਦੇ ਯੋਗ ਹੋ, ਵਡਭਾਗੇ ਹੋ ਜੋ ਸਤਿਗੁਰੂ ਜੀ ਦੀ ਪਾਵਨ ਬਾਰਗਾਹ 'ਚ ਬੈਠ ਕਰਕੇ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਇਲਾਹੀ ਗੁਰਬਾਣੀ ਦੇ ਕੀਰਤਨ ਸਰਵਣ ਕਰ ਰਹੇ ਸੀ। ਹੁਣ ਸਮਾਂ ਹੈ ਕੁਝ ਸਮਾਂ ਆਪ ਜੀ ਦੇ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾ ਸਕੀਏ। ਬੜੇ ਪਿਆਰ ਸਤਿਕਾਰ ਸਹਿਤ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕਰਕੇ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਅਪਾਰ ਕਿਰਪਾ ਰਹਿਮਤ ਹੋਈ ਹੈ ਕਿ ਅਸੀਂ ਸਤਿਗੁਰੂ ਜੀ ਦੀ ਬਾਰਗਾਹ 'ਚ ਬੈਠ ਕਰਕੇ ਅੰਤਰ ਗੁਰ ਅਰਾਧਨਾ, ਜਿਹਵਾ ਜਪ ਗੁਰ ਨਾਉ, ਨੇਤਰੀ ਸਤਿਗੁਰੂ ਪੇਖਣਾ, ਸਰਵਣੀ ਸੁਣਨਾ ਗੁਰ ਨਾਉ, ਉਸ ਅਕਾਲ ਪੁਰਖ ਪਰਮਾਤਮਾ ਦੀ ਇਬਾਦਤ, ਨੇਤਰਾਂ ਦੇ ਨਾਲ ਦਰਸ਼ਨ ਦਿਦਾਰੇ, ਰੱਬੀ ਸਿਫਤ ਇਬਾਦਤ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ। ਇਸ ਸਮੇਂ ਨੂੰ ਹੀ ਸਤਿਗੁਰੂ ਸਾਹਿਬ ਜੀ ਦੀ ਬਾਣੀ ਨੇ ਧੰਨ ਆਖਿਆ। ਉਸ ਘੜੀ ਨੂੰ ਧੰਨ ਆਖਿਆ, ਉਸ ਵਕਤ ਨੂੰ ਧੰਨ ਆਖਿਆ, ਉਸ ਪਲ ਨੂੰ ਧੰਨ ਆਖਿਆ, ਉਸ ਦਿਨ ਨੂੰ ਧੰਨ ਆਖਿਆ। ਧੰਨ ਸੋ ਵੇਲਾ ਘੜੀ ਧੰਨ, ਧੰਨ ਮੂਰਤ ਪਲ ਸਾਰ, ਧੰਨ ਸੋ ਦਿਨਸ ਸੁਜੋਗੜਾ, ਜਿਤ ਡਿਠਾ ਗੁਰ ਦਰਸਾਰ। ਕਹਿਣ ਲੱਗੇ ਉਹ ਵੇਲਾ ਵੀ ਧੰਨ ਹੈ, ਉਹ ਘੜੀ ਵੀ ਧੰਨ ਹੈ, ਉਹ ਦਿਨ ਵੀ ਸੰਜੋਗ ਵਾਲਾ। ਜਿਸ ਦਿਨ ਅਸੀਂ ਬੈਠ ਕਰਕੇ ਸੰਗਤ ਦੇ ਵਿੱਚ ਸਤਿਗੁਰੂ ਜੀ ਦੀ ਇਬਾਦਤ ਕਰਦੇ ਹਾਂ, ਜਿਸ ਵਕਤ ਬੈਠ ਕੇ ਇਬਾਦਤ ਕਰਦੇ ਹਾਂ, ਜਿਸ ਵਕਤ ਅਸੀਂ ਗੁਰੂ ਦੀ ਸ਼ਰਨ 'ਚ ਬੈਠਦੇ ਹਾਂ, ਸਤਿਗੁਰ ਆਇਓ ਸ਼ਰਨ ਤੁਹਾਰੀ। ਇਹ ਸਤਿਗੁਰੂ ਜੀ ਅਸੀਂ ਤੁਹਾਡੀ ਸ਼ਰਨ 'ਚ ਆਏ ਹਾਂ। ਤੇ ਤੁਹਾਡੀ ਸ਼ਰਨ ਤੋਂ ਪ੍ਰਾਪਤ ਕੀ ਹੁੰਦਾ ਹੈ? ਅਕਸਰ ਹਰ ਇੱਕ ਜੀਵਨ ਦਾ ਕੋਈ ਮਨੋਰਥ ਹੈ, ਜੀਵਨ ਦਾ ਕੋਈ ਲਕਸ਼ ਹੈ, ਕੋਈ ਪ੍ਰਾਪਤ ਕਰਨਾ ਹੈ। ਦੁਨਿਆਵੀ ਕਾਰੋਬਾਰ ਕਰਦੇ ਹਾਂ, ਲਾਭ ਹਾਨੀ ਦੇਖਦੇ ਹਾਂ, ਕਿਸ ਚੀਜ਼ 'ਚ ਖੱਟੀ ਹੈ, ਕਿਸ ਚੀਜ਼ 'ਚ ਕਮਾਈ ਹੈ, ਕਿਸ ਚੀਜ਼ 'ਚ ਲਾਭ ਹੋਣਾ ਹੈ, ਕਿਸ 'ਚ ਹਾਨੀ ਹੋਣੀ ਹੈ, ਕਿਸ 'ਚ ਨੁਕਸਾਨ ਹੋਣਾ ਹੈ। ਆਪਣਾ ਇੱਕ ਇੱਕ ਕਦਮ ਪੁੱਟਣ ਤੋਂ ਪਹਿਲਾਂ ਸੋਚਦੇ ਹਾਂ। ਜਿਹੜਾ ਵੀ ਕੰਮ ਕਰਦਾ ਮਨੁੱਖ ਇੱਕ ਕਦਮ ਪੁੱਟਦਾ, ਦੂਸਰਾ ਕਦਮ ਬੜੀ ਸੋਚ ਸਮਝ ਕੇ ਰੱਖਦਾ ਕਿ ਕਿਤੇ ਫਿਸਲ ਨਾ ਜਾਵੇ ਪੈਰ। ਜੇ ਫਿਸਲ ਗਿਆ ਤਾਂ ਡਿੱਗ ਪਵਾਂਗੇ। ਜੇ ਅਸੀਂ ਇਹ ਕਾਰੋਬਾਰ ਕੋਈ ਵੀ ਵਕਤ, ਕਿਸੇ ਵਕਤ ਵੀ ਅਸੀਂ ਹਰ ਪਲ ਨੂੰ ਸਮਝਦੇ ਹਾਂ, ਸੋਚਦੇ ਹਾਂ, ਲਾਭ ਹਾਨੀ, ਨਫਾ ਨੁਕਸਾਨ, ਘਾਟ ਵਾਧ ਸੋਚਦੇ ਹਾਂ। ਜੀਵਨ ਦਾ ਇੱਕ ਲਕਸ਼ ਹੈ। ਜਿਹਨੇ ਜੀਵਨ ਦਿੱਤਾ ਹੈ ਉਹਦੀ ਸ਼ਰਨ 'ਚ ਆਏ ਹਾਂ। ਉਹਦੀ ਸ਼ਰਨ ਤੋਂ ਕੀ ਮਿਲਦਾ ਹੈ? ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੈ ਸੂਖ, ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ। ਰੱਬ ਦੀ ਸ਼ਰਨ 'ਚੋਂ ਸੁੱਖ ਹੈ।
ਜੋ ਸੁਖ ਚਾਹਾਂ ਸਦਾ ਸ਼ਰਨ ਰਾਮ ਕੀ ਲੈ। ਜੇ ਜੀਵਨ ਨੂੰ ਸੁਖੀ ਚਾਹੁੰਦਾ ਫਿਰ ਰੱਬ ਦੀ ਸ਼ਰਨ ਹੈ। ਮਿਲਿਆ ਸੂਖ ਜਿਹਦੇ ਵਿੱਚੋਂ ਸੁੱਖ ਮਿਲਣਾ, ਨਾਮ ਹਰ ਸੋਭਾ। ਕਿਉਂਕਿ ਰੱਬ ਦੀ ਸ਼ਰਨ 'ਚ ਬਹਿ ਕੇ ਨਾਮ ਦੀ ਸੋਭਾ ਕਰੇਗਾ, ਨਾਮ ਕਮਾਵੇਂਗਾ, ਰੱਬ ਨੂੰ ਯਾਦ ਕਰੇਗਾ। ਜਦੋਂ ਰੱਬ ਨੂੰ ਭੁੱਲੇਗਾ ਦੁੱਖ ਪਾਵੇਂਗਾ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਪਰਮੇਸ਼ਰ ਨੂੰ ਭੁੱਲ ਜਾਣਾ, ਚਿੱਤ 'ਚੋਂ ਵਸਾਰ ਦੇਣਾ ਦੁੱਖ ਨੇ। ਪਰਮੇਸ਼ਰ ਨੂੰ ਯਾਦ ਰੱਖਣਾ ਹਰ ਵਕਤ। ਸਾਸ ਸਾਸ ਸਿਮਰੋ ਗੋਬਿੰਦ, ਤੁਮ ਦਾਤੇ ਠਾकुर ਪ੍ਰਤਪਾਲਕ ਨਾਇਕ ਖਸਮ ਹਮਾਰੇ। ਸਾਸ ਸਾਸ ਸਿਮਰੋ ਗੋਬਿੰਦ। ਹਰ ਸਵਾਸ ਸਵਾਸ ਦੇ ਨਾਲ ਉਸ ਅਕਾਲ ਪੁਰਖ ਪਰਮਾਤਮਾ ਨੂੰ ਚਿੱਤ 'ਚ ਰੱਖਣਾ। ਸਤਿਗੁਰੂ ਜੀ ਤੇ ਇਹ ਸਮਝਾਉਂਦੇ ਨੇ ਵੀ ਸਾਸ ਸਾਸ ਸਿਮਰੋ ਗੋਬਿੰਦ, ਪਰ ਇਹਦੇ ਤੋਂ ਘੱਟ ਵੀ ਕੁਝ ਹੈ। ਤੇ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਆਪਣੀ ਬਾਣੀ ਦੇ ਵਿੱਚ ਫਰਮਾਨ ਕਰਦੇ ਆ, ਕਿਨਕਾ ਏਕ ਜਿਸ ਜੀ ਬਸਾਵੈ ਤਾਂ ਕਿ ਮਹਿਮਾ ਗਨੀ ਨਾ ਆਵੇ। ਜੇ ਸਵਾਸ ਸਾਸ ਨਹੀਂ ਤੇ ਰੱਬ ਦਾ ਇੱਕ ਕਿਨਕਾ ਵੀ ਵਸ ਗਿਆ ਨਾ, ਜੀਵਨ ਸਫਲ ਹੋ ਜਾਣਾ। ਪਰ ਹੋਣਾ ਉਦੋਂ ਹੈ ਜਦੋਂ ਪਰਮਾਤਮਾ ਦੀ ਸ਼ਰਨ 'ਚ ਮਿਲਿਆ ਸੂਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ। ਜਦੋਂ ਚਿੰਤਾ ਵਰਗੇ ਰੋਗ ਦੁੱਖਾਂ ਦੀ ਨਿਵਰਤੀ ਹੋ ਗਈ, ਚਿੰਤਾ ਰਹੀ ਨਾ। ਦੁਨਿਆਵੀ ਕਰਮ ਕਰਦੇ ਹਾਂ, ਦੁਨਿਆਵੀ ਕੰਮ ਕਾਜ ਕਰਦੇ ਹਾਂ। ਮਨੁੱਖ ਦੀ ਹਰ ਵੇਲੇ ਮਨ ਦੇ ਜਿਹੜੇ ਫੁਰਨੇ ਨੇ ਆਸਾ ਤੇ ਬੈਠੇ ਨੇ। ਹਰ ਵੇਲੇ ਦਿਮਾਗ 'ਚ ਆਸਾ ਕੋਈ ਨਾ ਕੋਈ ਲਾ ਕੇ ਬੈਠਾ ਹੈ। ਵਿਦਵਾਨ ਇਹ ਗੱਲ ਮੰਨਦੇ ਹੈ ਕਿ ਮਨੁੱਖ ਕੁਝ ਚਿਰ ਭੋਜਨ ਤੋਂ ਬਗੈਰ ਰਹਿ ਸਕਦਾ, ਕੁਝ ਚਿਰ ਪਾਣੀ ਤੋਂ ਬਗੈਰ ਰਹਿ ਸਕਦਾ, ਪਰ ਆਸਾ ਤੋਂ ਬਗੈਰ, ਆਸ ਤੋਂ ਬਗੈਰ ਇੱਕ ਮਿੰਟ ਨਹੀਂ ਰਹਿ ਸਕਦਾ। ਸਵੇਰੇ ਉੱਠਦਿਆਂ ਸਾਰ ਪਹਿਲਾਂ ਆਸ ਹੀ ਹੁੰਦੀ ਹੈ ਵੀ ਆਸ ਕਿਹੜੀ ਕੰਮ ਦੀ ਹੈ। ਜਦੋਂ ਆਸਾਂ ਵੱਡੀਆਂ ਬਣ ਜਾਣ, ਨਾ ਪੂਰੀਆਂ ਹੋਣ, ਤੇ ਫਿਰ ਆਸਾ 'ਚੋਂ ਨਿਰਾਸ਼ਤਾ ਜਨਮ ਲੈਂਦੀ ਆ। ਜਦੋਂ ਆਸ ਨਾ ਪੂਰੀ ਹੋਵੇ, ਨਿਰਾਸ਼ ਹੋ ਗਿਆ। ਨਿਰਾਸ਼ ਮੁੱਖ ਮਨੁੱਖ ਇੱਕ ਚਿੰਤਾ ਦਾ ਜੜ ਬਣ ਜਾਂਦੀ ਹੈ ਵੀ ਮੇਰੀ ਇਹ ਆਸ ਹੀ, ਆਸ ਮੇਰੀ ਪੂਰੀ ਨਹੀਂ ਹੋਈ। ਹੁਣ ਆਸ ਪੂਰੀ ਨਹੀਂ ਹੋਈ ਤੇ ਨਿਰਾਸ਼ ਹੋਇਆ। ਨਿਰਾਸ਼ਤਾ ਦੇ ਵਿੱਚੋਂ ਚਿੰਤਾ ਜਨਮ ਲੈ ਗਈ ਤੇ ਚਿੰਤਾ ਦੇ ਵਿੱਚੋਂ ਰੋਗ ਜਨਮ ਲੈ ਜਾਂਦੇ ਆ। ਬਹੁਤ ਸਾਰੇ ਰੋਗ ਨੇ ਜਿਹੜੇ ਚਿੰਤਾ ਦੇ ਵਿੱਚੋਂ ਪੈਦਾ ਹੋ ਜਾਂਦੇ ਆ। ਚਿੰਤਾ ਚਿਖਾ ਕਹਿ ਦਿੱਤੀ ਹੈ ਸਰੀਰ ਵਾਸਤੇ। ਦਰਵਾਜ਼ੇ ਲੱਕੜ ਦੀ ਕੋਈ ਵੀ ਬਣੀ ਹੋਈ ਦਰਵਾਜ਼ੇ ਕਹਿ ਲਓ, ਕੋਈ ਬੈੱਡ ਕਹਿ ਲਓ, ਜਿਸ ਤਰ੍ਹਾਂ ਦਾ ਵੀ ਭਾਵ ਲੱਕੜ ਦਾ ਸਮਾਨ ਦਾ ਕੁਝ ਬਣਿਆ ਹੋਵੇ, ਜਿਹੜੀ ਲੱਕੜ ਨੂੰ ਘੁਣ ਲੱਗ ਗਿਆ, ਉਹ ਲੱਕੜ ਵੇਖਣ ਨੂੰ ਬਹੁਤ ਸੋਹਣੀ ਹੈ, ਸ਼ਕਲ ਸੂਰਤ ਸੋਹਣੀ ਹੈ, ਪਰ ਉਹਦੇ ਵਿੱਚ ਕੁਝ ਨਹੀਂ, ਕਿਉਂਕਿ ਅੰਦਰ ਘੁਣ ਖਾ ਗਿਆ। ਘੁਣ ਜਿਹੜਾ ਲੱਕੜ ਨੂੰ ਖਾ ਗਿਆ, ਉਹਨੇ ਲੱਕੜ ਦੀ ਕੀਮਤ ਨਹੀਂ ਰਹਿਣ ਦਿੱਤੀ, ਲੱਕੜ ਦੀ ਸ਼ਕਤੀ ਨਹੀਂ ਰਹਿਣ ਦਿੱਤੀ, ਲੱਕੜ ਦਾ ਬਲ ਨਹੀਂ ਰਹਿਣ ਦਿੱਤਾ। ਉਹ ਲੱਕੜ ਆਖਰੀ ਬਾਲਣ ਦੇ ਟਾਈਮ ਤੇ ਹੀ ਆਉਣੀ ਹੈ, ਬਲਣ ਦੇ ਟਾਈਮ ਤੇ ਆਉਣੀ ਹੈ, ਵਰਤੋਂ ਯੋਗ ਨਹੀਂ ਰਹਿ ਗਈ। ਵਰਤੋਂ ਉਸ ਲੱਕੜ ਦੀ ਖਤਮ ਹੋ ਗਈ। ਕਿਉਂ? ਉਹਦੇ ਅੰਦਰ ਘੁਣ ਲੱਗ ਗਿਆ। ਘੁਣ ਨੇ ਉਹਨੂੰ ਬਿਲਕੁਲ ਖਤਮ ਕਰ ਦਿੱਤਾ। ਮਨੁੱਖ ਦੇ ਅੰਦਰ ਜਦੋਂ ਆਸ ਨਾ ਪੂਰੀ ਹੋਈ, ਨਿਰਾਸ਼ਤਾ ਹੋ ਗਈ, ਨਿਰਾਸ਼ਤਾ 'ਚੋਂ ਚਿੰਤਾ ਜਨਮ ਲੈ ਗਈ। ਚਿੰਤਾ ਲੱਕੜ ਦੇ ਘੁਣ ਵਾਂਗਾ ਖਾ ਜਾਵੇਗੀ ਵਿੱਚੋਂ ਵਿੱਚ। ਚਿੰਤਾ 'ਚੋਂ ਰੋਗ ਪੈਦਾ ਹੋ ਜਾਣਗੇ। ਤੇ ਚਿੰਤਾ ਇੱਕ ਮਾਨਸਿਕ ਰੋਗ ਹੈ, ਤਨ ਦਾ ਰੋਗ ਨਹੀਂ। ਮਾਨਸਿਕ ਰੋਗੀ ਹੋ ਜਾਂਦਾ ਮਨੁੱਖ। ਮਾਨਸਿਕ ਰੋਗੀ ਦੀ ਉਹ ਹਾਲਾਤ ਹੋ ਜਾਂਦੀ ਹੈ ਜਿਵੇਂ ਕਈ ਵਾਰ ਅਸੀਂ ਕਿਸੇ ਡਾਕਟਰ ਕੋਲ ਜਾਂਦੇ ਹਾਂ, ਉਹ ਟੈਸਟ ਕਰਦਾ, ਰੋਗ ਕੋਈ ਨਹੀਂ ਉਹਨਾਂ ਟੈਸਟਾਂ 'ਚ ਆਉਂਦਾ। ਡਾਕਟਰ ਕਹਿੰਦਾ ਤੁਸੀਂ ਬਿਲਕੁਲ ਠੀਕ ਹੋ, ਪਰ ਉਹ ਮਰੀਜ਼ ਕਹਿੰਦਾ ਮੈਂ ਠੀਕ ਨਹੀਂ ਹੈ। ਉਹ ਕਹਿੰਦਾ ਰਿਪੋਰਟਾਂ 'ਚ ਕੁਝ ਨਹੀਂ ਆ ਰਿਹਾ, ਤੁਹਾਡੀਆਂ ਰਿਪੋਰਟਾਂ ਸਾਰੀਆਂ ਓਕੇ ਨੇ, ਠੀਕ ਹੋ ਤੁਸੀਂ। ਪਰ ਉਹ ਨਹੀਂ ਮੰਨਣ ਨੂੰ ਤਿਆਰ। ਕਿਉਂ ਨਹੀਂ ਮੰਨਣ ਨੂੰ ਤਿਆਰ? ਕਿਉਂਕਿ ਉਹ ਮਾਨਸਿਕ ਰੋਗ ਪੈਦਾ ਹੋ ਗਿਆ, ਚਿੰਤਾ 'ਚੋਂ ਰੋਗ ਪੈਦਾ ਹੋ ਗਿਆ।
ਉਹ ਚਿੰਤਾ 'ਚੋਂ ਇਹੋ ਜਿਹਾ ਰੋਗ ਪੈਦਾ ਹੋ ਗਿਆ ਕਿ ਉਹ ਮਾਨਸਿਕ ਨੇ ਜਕੜ ਲਿਆ, ਉਹਦੇ ਤੋਂ ਨਿਰਲੇਪ ਨਹੀਂ ਹੋ ਸਕਦਾ। ਪਰ ਇੱਕ ਦਰ ਹੈ ਜਿਹਦੇ 'ਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਕਿਹਾ, ਮਿਲੇ ਸੂਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ। ਚਿੰਤਾ ਲੱਥ ਜਾਂਦੀ ਹੈ, ਕਿਉਂਕਿ ਪ੍ਰਮਾਤਮਾ ਦੇ ਨਾਮ ਦੀ ਸੋਭਾ, ਨਾਮ ਦੀ ਉਸਤਤ, ਨਾਮ ਦੀ ਵਡਿਆਈ ਐਸੀ ਹੈ, ਦੁਨੀਆ ਦੇ ਹਰੇਕ ਪੱਖ ਤੋਂ ਸਾਥ ਨਾ ਮਿਲਿਆ ਹੋਵੇ। ਦੁਨੀਆ ਦੀ ਹਰੇਕ ਪੱਖ ਨੇ, ਕਿਸੇ ਨੂੰ ਮਾਂ ਬਾਪ ਦਾ, ਕਿਸੇ ਨੂੰ ਭੈਣ ਭਰਾਵਾਂ ਦਾ, ਕਿਸੇ ਨੂੰ ਸਮਾਜ ਦਾ, ਕਿਸੇ ਨੂੰ ਕਿਸੇ ਦਾ, ਕਿਸੇ ਨੂੰ ਕਿਸੇ ਦਾ ਪੱਖ ਹੈ। ਪਰ ਜਦੋਂ ਸਾਰੇ ਹੀ ਪੱਖ ਜਵਾਬ ਦੇ ਜਾਣ, ਰੱਬ ਦਾ ਨਾਂ ਤੇ ਉਦੋਂ ਵੀ ਸਹਾਇਤਾ ਕਰਦਾ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦਾ ਬਚਨ ਹੈ, ਜੈ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ। ਰੱਬ ਦਾ ਨਾਂ ਤੇ ਜਿੱਥੇ ਮਾਤਾ ਪਿਤਾ ਭੈਣ ਭਰਾ ਸਾਕ ਸੰਬੰਧੀ ਦੋਸਤ ਸੱਜਣ ਮਿੱਤਰ ਰਿਸ਼ਤੇਦਾਰ ਸਾਡੇ ਸਾਥ ਛੱਡ ਜਾਣ, ਰੱਬ ਦਾ ਨਾਂ ਤੇ ਉੱਥੇ ਵੀ ਹੈ। ਜਹ ਮੁਸ਼ਕਿਲ ਹੋਵੇ ਅਤ ਭਾਰੀ, ਹਰ ਕੋ ਨਾਮ ਖਿੰਨ ਮਾਹੇ ਉਦਾਰੀ। ਤੇਰੇ ਤੇ ਮੁਸ਼ਕਿਲ ਦਾ ਸਮਾਂ ਆ ਜਾਵੇ, ਬਿਪਤਾ ਦਾ ਸਮਾਂ ਆ ਜਾਵੇ, ਕੋਈ ਸਾਥ ਨਾ ਫੜਨ ਵਾਲਾ ਬਾਂਹ ਹੋਵੇ, ਰੱਬ ਦਾ ਨਾਂ ਤੇ ਮੁਸ਼ਕਿਲ ਦੇ ਵਿੱਚੋਂ ਵੀ ਕੱਢ ਦਿੰਦਾ ਹੈ, ਬਿਪਤਾ ਦੇ ਵਿੱਚੋਂ ਵੀ ਕੱਢ ਦਿੰਦਾ ਹੈ। ਜਾ ਕੋ ਮੁਸ਼ਕਿਲ ਅੱਤ ਬਣੈ, ਢੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਣਾ, ਸਾਖ ਵੀ ਭੱਜ ਖਲੈ, ਸਭੋ ਭਜੈ ਆਸਰਾ, ਚੂਕੈ ਸਭ ਅਫਰਾਓ, ਚਿਤ ਆਵੈ ਉਸ ਪਾਰ ਬ੍ਰਹਮ, ਲੱਗੈ ਨਾ ਤਤੀ ਵਾਓ। ਇਹ ਤੇ ਰੱਬ ਦਾ ਨਾਮ ਹੀ ਐਸਾ ਹੈ, ਜਿਹੜੇ ਨਾਮ ਦੀ ਇਬਾਦਤ ਸਰਵਣ ਕਰ ਰਹੇ ਹਾਂ, ਰੂਹ ਨੂੰ ਸਕੂਨ ਦੇਣ ਵਾਲਾ, ਸ਼ਾਂਤੀ ਦੇਣ ਵਾਲਾ, ਮਾਨਸਿਕ ਰੋਗਾਂ ਤੋਂ ਮੁਕਤ ਕਰਾਉਣ ਵਾਲਾ। ਸਤਿਗੁਰੂ ਕਹਿੰਦੇ ਬਿਪਤਾ ਵਰਗੇ ਸਮੇਂ ਦੇ ਵਿੱਚ ਵੀ ਤੂੰ ਯਾਦ ਕਰ, ਤੇਰੀ ਬਾਂਹ ਰੱਬ ਫੜਦਾ, ਤੂੰ ਧਿਆ, ਰੱਬ ਬਾਂਹ ਫੜਦਾ। ਵਰਨਾ ਪਰਮਾਤਮਾ ਦੇ ਨਾਮ ਤੋਂ ਬਗੈਰ ਚਿੰਤਾ 'ਚ ਜਕੜਿਆ ਹੋਇਆਂ ਦਾ, ਚਿੰਤਾ 'ਚ ਗਰਫਿਆਂ ਹੋਇਆਂ ਦਾ ਇੱਕ ਲੱਕੜ ਦੇ ਘੁਣ ਵਾਂਗਾ ਸਰੀਰ ਖਤਮ ਹੋ ਜਾਵੇਗਾ, ਨਾਸ ਹੋ ਜਾਵੇਗਾ, ਉਤਰੇਗੀ ਨਹੀਂ। ਇੱਕ ਰੱਬ ਦਾ ਨਾਮ ਹੈ। ਵਰਨਾ ਪਰਮਾਤਮਾ ਦੇ ਨਾਮ ਤੋਂ ਬਗੈਰ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ। ਤੁਸੀਂ ਸੰਸਾਰ 'ਤੇ ਜਿਹਨੂੰ ਮਰਜ਼ੀ ਪੁੱਛ ਕੇ ਵੇਖ ਲਓ, ਜਿਹਦੇ ਕੋਲ ਮਰਜ਼ੀ ਆਪਣੀ ਗੱਲ ਰੱਖ ਕੇ ਵੇਖ ਲਓ, ਉਹ ਹੀ ਦੁਖੀ ਹੈ, ਸੁਖੀ ਨਹੀਂ ਹੈ। ਜਿਹੜਾ ਤੁਹਾਡੇ ਕੋਲ ਬੈਠਾ ਉਹ ਤੁਹਾਡੇ ਤੋਂ ਜ਼ਿਆਦਾ ਦੁਖੀ ਹੈ, ਸੁਖੀ ਨਹੀਂ ਹੈ। ਸੁਖੀ ਕੌਣ ਹੈ? ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ। ਸੰਸਾਰ ਦਾ ਜਿਹੜੇ ਰਾਜੇ ਆਪਣੇ ਆਪ 'ਚ ਕਹਾਉਣ ਵਾਲੇ ਲੋਕ ਨੇ, ਜੇ ਉਹਨਾਂ ਕੋਲੋਂ ਵੀ ਰੱਬ ਦਾ ਨਾਂ ਨਹੀਂ ਨਾ, ਤਾਂ ਉਹ ਵੀ ਦੁਖੀ ਆ। ਹਰ ਕਾ ਨਾਮ ਜਪ ਤੋਹਿ ਸੁਖੀਆ। ਪਰਮਾਤਮਾ ਦੇ ਨਾਮ ਲੈਣ ਵਾਲਾ ਹੀ ਸੁਖੀ ਗਿਆ। ਉਹਦੇ ਤੇ ਦੁੱਖ ਆਇਆ ਵੀ ਉਹਨੂੰ ਦੁੱਖ ਵਿਆਪਦਾ ਹੀ ਨਹੀਂ। ਉਹਨਾਂ ਦੇ ਸਰੀਰ ਕੱਟੇ ਗਏ, ਉਹਨਾਂ ਨੂੰ ਦੁੱਖ ਨਹੀਂ ਵਿਆਪਿਆ। ਕਿਉਂ? ਕਿਉਂਕਿ ਉਹਨਾਂ ਦੇ ਅੰਦਰ ਗੁਰਬਾਣੀ ਦਾ ਚਾਨਣ ਸੀ, ਗੁਰਬਾਣੀ ਦਾ ਪ੍ਰਕਾਸ਼ ਸੀ, ਪਰਮਾਤਮਾ ਦੇ ਨਾਮ ਦੀ ਇਬਾਦਤ ਸੀ। ਉਹਨਾਂ ਨੂੰ ਇਸ ਗੱਲ ਦਾ ਨਿਸ਼ਚਾ ਸੀ, ਮਿਲੈ ਸੂਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ। ਅਵਰ ਨਾ ਸੂਝੈ ਦੂਜੀ ਠਾਹਰ, ਹਾਰ ਪਰਿਓ ਤੋ ਦੁਆਰੀ। ਹੋਰ ਕੋਈ ਦੂਸਰਾ ਸਹਾਰਾ ਨਹੀਂ ਸੀ। ਲੇਖਾ ਛੋੜ ਅਲੇਖਾ ਛੁੱਟ ਹੈ, ਹਮ ਨਿਰਗੁਣ ਲਿਹੋ ਉਬਾਰੀ। ਸਦ ਬਖਸ਼ਿੰਦ ਸਦਾ ਮਿਹਰਵਾਨਾ, ਸਭਨਾ ਦੇ ਆਧਾਰੀ। ਨਾਨਕ ਦਾਸ ਸੰਤ ਪਾਸ਼ਾ ਪਰਿਓ, ਰਾਖ ਲਿਹੋ ਇਹ ਬਾਰੀ। ਤੂੰ ਨਿਰਗੁਣ ਸਰੂਪ ਹੈ ਸਤਿਗੁਰੂ, ਤੂੰ ਲੇਖਾ ਨਾ ਕਰੀ। ਤੇਰੇ ਦੁਆਰੇ ਤੇ ਜਿਹੜਾ ਵੀ ਆਇਆ ਉਹ ਚੁੱਕ ਗਿਆ। ਜਾ ਕੀ ਸ਼ਰਨ ਪਿਆ ਸੁਖ ਪਾਈਐ, ਬਹੁੜ ਦੁੱਖ ਨਾ ਹੋਈ। ਜਿਹੜਾ ਰੱਬ ਦੀ ਸ਼ਰਨ 'ਚ ਆ ਗਿਆ, ਦੁੱਖ ਵਿਆਪਦਾ ਹੀ ਨਹੀਂ। ਵਰਨਾ ਮਨੁੱਖ ਅੱਜ ਦੁਖੀ ਹੈ,
क्यों दुखी है? भरमां च पिया, भटकना च पिया, अंध विश्वासां च पिया। जे सुखी है, जिन्हों मार्ग इक्को ही रस्ता है, गुरु का शब्द, गुरु की इबादत। होर जिहड़े रस्ते ने गुरु तो दूर करते हैं, भरमां च पिया नूं, भटकदिआं दे ते गुरु की शरण च कौन बहिंदा है? जिहड़ा रब नूं दिलों सत्कार करदा होवे, जिहदा दिल पछीजिया जावे उस अकाल पुरख परमात्मा ना। वरना जिनके चित्त कठोर हैं से बह न सतगुरु पास। पत्थर दिल वाले लोग, कठोर दिल वाले लोग रब को कित्थे बहिंदे? जिहड़े भुल गए हुंदे वो रब को नहीं बहिंदे। सतगुरु जी ने स्पष्ट अपनी बाणी च गल दर्ज की। जिनके चित्त कठोर हैं से बह ना सतगुर पास, वो नहीं गुरु की शरण च बहिंदे। क्यों? उत्थे सच वरतदा, उत्थे तो सच वरतदा। कुड़ियारां चित्त उदास, जिथे सच की गल होए, जिहड़ी कुड़ियार जिहड़े कूड़ दे विच रहण गिजे होण, उन्हां दा सुभाਅ, उन्हां दे मन की जिहड़ी सुरत विरत है वो विकारां च डुब गई होवे, वो सच की गल नहीं सुणनगे। इत्थे तो सच्ची इबादत है, रब की अकाल पुरख परमात्मा की बाणी की गल है। उत्थे सच वरतदा, कुड़ियारां चित्त उदास। तुसीं उन्हां नूं लै भी आओ, सतगुरु किरपा करदे ने, वल छल कर झत कढ दे, फिर जाए बहे कुड़ियारां पास। फिर जो वल छल करके 10 मिनट 15 मिनट अद्धा घंटा समा बैठण ही नहीं दिंदा। क्यों? उन्हां ते जिहड़ी मन की तांघ है ना, मन की सुरत है जिहड़ी, उत्थे ही वध गया। फिर जाए बहे कुड़ियारां पास, तो गुरु की शरण किदां बैणगे? कुड़ियाड़ कुड़ियाड़ी जाए रले, सचियार सिख बैठे सतगुर पास। जिहड़ी मत भ्रिष्ट हो जानी, मत मारी जानी, विकारां दी अगन च डुब जाना, उन्हां नूं ओही संगत लगदी है जिस बारे गुरु तेग बहादुर साहब महाराज जी के पावन बचन है। मन रे कौन कुमत तै लीनी, पर दारा निंदियारा सरचियो, राम भगत नह कीनी। किहड़ी कुमत धारण कर लई है कि तैनूं कुड़ियाड़ां की संगत ही ठीक लगती है। सचियार सिख बैठे सतगुरु पास, सचियारां च नहीं बैठा। तो सतगुरु ये भी समझाउंदे ने भी किव सचियारा होई है, किव कूड़ा टुटा पाल। कूड़ की पाल किवें टुट सकती है, सचियारे किवें बनिया जा सकता है। तो जिहड़े सचियारे बने ने, जिहड़े गुरु की पास बहिंदे ने, उन्हां दा जिक्र ते असीं अरदास च भी करते हैं। सिख एक टाइम अरदास करे, सिख 2 टाइम करे, सिख जदों भी गुरु के चरणों च जुड़ के अरदास करे, सिख ये ही करता है, प्यारियां सचियारियां दी कमाई का ध्यान धर के बोलो जी वाहिगुरू। जिहड़े सचियार सिख ने, उन्हां दी कमाई का ध्यान धरिया जांदा वाहिगुरू के चरणों च। जिन्हां जीवन च गुण अपनाए ने, रब्बी इबादत की है, उन्हां दी कमाई का ध्यान धर के अरदास करते हैं। क्योंकि उन्हां दे जीवन चों उन्हां नूं समझ सी किव सचियारा होई है, किव कूड़ा टुट्टा पाल। सचियार किद्दां बनना है? जीवन दे विचों कूड़ दी पाल नूं किवें तोड़ना है। जीवन दे विच किहड़े गुण चाहिए सन सचियार बनने वास्ते? वो गुणां नूं ग्रहण करना है। वो गुण कित्थों मिलने ने? सब गुण तेरे मैं ना ही कोई। वो सारे गुण परमात्मा कोल ने। उन्होंने पता सी कल मैं इहो पुन गुण गोबिंद गाहे। कल युग दे विच जे सब तो वड्डा पुन परमात्मा ने कहा तो परमात्मा के गुण गायन करने हैं, रब्बी सिफत सलाह करनी है, इबादत करनी है, जिहड़े जीवन नूं सचियार सोहना बना सकते हैं। क्योंकि गुण ही जीवन का श्रृंगार है।
ਚੰਗੇ ਗੁਣ ਜੀਵਨ ਦਾ ਸ਼ਿੰਗਾਰ ਹੈ, ਜ਼ਿੰਦਗੀ ਦਾ ਸ਼ਿੰਗਾਰ ਹੈ। ਸੋਹਣੇ ਬਸਤਰ ਪਾ ਲੈਣੇ, ਹਾਰ ਸ਼ਿੰਗਾਰ ਕਰ ਲੈਣਾ ਜੀਵਨ ਦਾ ਸ਼ਿੰਗਾਰ ਨਹੀਂ। ਜੀਵਨ ਦਾ ਸ਼ਿੰਗਾਰ ਚੰਗੇ ਗੁਣ ਨੇ। ਕਾਰਨ ਤੁਸੀਂ ਚੰਗਿਆਂ ਗੁਣਾਂ ਕਰਕੇ ਜਿੱਥੇ ਵੀ ਜਾਓਗੇ ਤੁਹਾਨੂੰ ਦੱਸਣਾ ਨਹੀਂ ਪਵੇਗਾ ਕਿ ਅਸੀਂ ਕੀ ਹਾਂ। ਤੁਹਾਡੇ ਗੁਣ ਤੁਹਾਨੂੰ ਦਾ ਉੱਥੇ ਨਾਮ ਬਣਵਾ ਦੇਣਗੇ। ਅਤੇ ਜੇ ਚੰਗਿਆਂ ਲੋਕਾਂ 'ਚ ਬਵੋਗੇ, ਆਪਣੇ ਗੁਣ ਦੱਸੋਗੇ, ਜਿਨ੍ਹਾਂ 'ਚ ਔਗਣ ਨੇ ਉਹ ਤਾਂ ਆਪਣੇ ਔਗਣ ਛਪਾਉਂਦੇ ਆ ਉੱਥੇ ਜਾ ਕੇ ਵੀ ਸਾਡਾ ਔਗਣ ਯਾਰ ਨਾ ਹੋ ਜਾਵੇ। ਇੱਥੇ ਉਹ ਬਹਿੰਦੇ ਹੀ ਨਹੀਂ ਉੱਥੇ। ਜੇ ਬਹਿ ਵੀ ਜਾਣ ਤਾਂ ਉਹਨਾਂ ਦੇ ਅੰਦਰ ਵਹਿਮ ਬਣਿਆ ਰਹਿੰਦਾ, ਅੰਦਰ ਡਰ ਬਣਿਆ ਰਹਿੰਦਾ ਵੀ ਸਾਡਾ ਇੱਥੇ ਕੋਈ ਔਗਣ ਬਾਹਰ ਨਾ ਆ ਜਾਵੇ, ਸਾਡੇ ਔਗਣ ਨੂੰ ਕੋਈ ਉਜਾਗਰ ਨਾ ਕਰ ਦੇਵੇ, ਸਾਡੇ ਕੋਈ ਔਗਣ ਫਰੋਲ ਨਾ ਦੇਵੇ, ਅਸੀਂ ਇੱਥੇ ਕੀ ਮੂੰਹ ਵਿਖਾਲਾਂਗੇ। ਉਹਨਾਂ ਨੂੰ ਪਤਾ ਹੈ ਕਿ ਸਾਡੇ ਜੀਵਨ ਦੀ ਤਬਾਹੀ ਸਾਡੇ ਔਗਣ ਹੈ ਅਤੇ ਜੀਵਨ ਦਾ ਸ਼ਿੰਗਾਰ ਜੀਵਨ ਦੇ ਗੁਣ ਨੇ। ਜਿਹੜੇ ਗੁਣਾਂ ਦੀ ਗੱਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਬਾਰ-ਬਾਰ ਕੀਤੀ ਗਈ ਹੈ, ਜਿਹੜੇ ਗੁਣ ਅਪਣਾਉਣ ਵਾਸਤੇ ਸਤਿਗੁਰੂ ਜੀ ਦੀ ਬਾਣੀ ਸਾਨੂੰ ਸਦਾ ਪ੍ਰੇਰਿਤ ਕਰਦੀ ਹੈ। ਜਿਹੜੇ ਗੁਣ ਜੀਵਨ 'ਚ ਸੰਸਕਾਰ ਪੈਦਾ ਕਰਨ ਵਾਸਤੇ ਸਾਨੂੰ ਸਾਡੀ ਮਰਿਆਦਾ ਵੀ ਦੱਸਦੀ ਹੈ। ਜਿਹੜੇ ਗੁਣ ਪੈਦਾ ਕਰਨ ਵਾਸਤੇ ਜੀਵਨ ਦਾ ਸ਼ਿੰਗਾਰ ਬਣਨ ਵਾਸਤੇ ਜੀਵਨ 'ਚ ਅਪਣਾਉਣੇ ਨੇ ਅਤੇ ਜਿਹੜੇ ਜੀਵਨ 'ਚੋਂ ਕੱਢਣੇ ਨੇ ਉਹਨਾਂ ਨੂੰ ਤਾਂ ਸਤਿਗੁਰੂ ਨੇ ਕਿਹਾ ਵੀ ਉਹ ਪਤਿਤ ਨੇ, ਤਨਖਾਹੀਏ ਨੇ। ਔਗਣਾਂ ਨੂੰ ਧਾਰਨ ਕਰਨ ਵਾਲੇ ਲੋਕ। ਤੇ ਗੁਣ ਕਿਹੜੇ ਨੇ? ਗੁਣ ਗਾਵਤ ਤੇਰੀ ਉਤਰ ਸਮੈਲ, ਬਿਨ ਸਜਾਏ ਹਉਮੈ ਬਿਖ ਫੈਲ। ਜਦੋਂ ਤੂੰ ਪਰਮਾਤਮਾ ਦੇ ਗੁਣ ਗਾਇਨ ਕਰੇਗਾ, ਹਉਮੈ ਵਰਗੀ, ਈਰਖਾ ਵਰਗੀ, ਨਫ਼ਰਤ ਵਰਗੀ, ਦਵੈਸਤਾ ਵਰਗੀ ਸਾਰੇ ਵਿੱਚੋਂ ਖਤਮ ਹੋ ਜਾਣਗੇ। ਇਹ ਔਗਣ ਹੀ ਨੇ, ਕਿਉਂਕਿ ਗੁਣਾਂ ਨੂੰ ਗਾਇਨ ਕਰਨਾ ਸ਼ਿੰਗਾਰ ਬਣਨਗੇ ਪਰਮਾਤਮਾ ਦੇ ਗੁਣ। ਇੱਕ ਗੱਲ ਹੋਰ ਦੇਖਿਓ, ਅੰਧਕਾਰ ਹੋਵੇ, ਦਿਨੇ ਹਨੇਰਾ ਹੋਵੇ, ਇੱਕ ਬੰਦ ਕਮਰਾ ਹੋਵੇ, ਉਹਦੇ 'ਚ ਰੋਸ਼ਨੀ ਨਹੀਂ, ਇੱਕ ਵੀ ਕਿਸੇ ਥੋੜ੍ਹੀ ਜਿਹੀ ਸੂਰਜ ਦੀ ਕਿਰਨ ਪੈਂਦੀ ਹੋਵੇ ਤੇ ਪਤਾ ਲੱਗ ਜਾਂਦਾ ਵੀ ਹੈ ਹਨੇਰਾ, ਪਰ ਉਹ ਸੂਰਜ ਦੀ ਕਿਰਨ ਪੈ ਰਹੀ ਆ, ਲਾਈਟ ਆਏਗੀ। ਸੂਰਜ ਦੀ ਰੋਸ਼ਨੀ ਕਿਰਨਾਂ ਕਰਕੇ ਆ। ਜਿੱਥੇ ਕਿਰਨਾਂ ਪੈ ਰਹੀਆਂ ਨੇ ਉੱਥੇ ਸੂਰਜ ਦੀ ਰੋਸ਼ਨੀ ਹੈ, ਜਿੱਥੇ ਕਿਰਨਾਂ ਨਹੀਂ ਪੈ ਰਹੀਆਂ ਉੱਥੇ ਸੂਰਜ ਦੀ ਰੋਸ਼ਨੀ ਨਹੀਂ, ਉੱਥੇ ਹਨੇਰਾ। ਤੁਹਾਡੇ ਜੀਵਨ ਦੇ ਵਿੱਚ ਪਰਮਾਤਮਾ ਦੀ ਬਖਸ਼ਿਸ਼ ਗੁਣਾਂ ਕਰਕੇ ਹੈ, ਸੂਰਜ ਦੀ ਰੋਸ਼ਨੀ ਕਿਰਨਾਂ ਕਰਕੇ ਹੈ, ਪਰਮਾਤਮਾ ਦੀ ਬਖਸ਼ਿਸ਼ ਗੁਣਾਂ ਕਰਕੇ ਹੈ। ਸੂਰਜ ਆਪਣੀ ਰੋਸ਼ਨੀ ਦੇ ਰਿਹਾ ਕਿਰਨਾਂ ਰਾਹੀਂ, ਪਰਮਾਤਮਾ ਆਪਣੀ ਬਖਸ਼ਿਸ਼ ਦੇ ਰਿਹਾ ਗੁਣਾਂ ਰਾਹੀਂ। ਜੇ ਜੀਵਨ 'ਚ ਗੁਣ ਅਪਣਾਏ ਨੇ ਤੇ ਪਰਮਾਤਮਾ ਦੀ ਬਖਸ਼ਿਸ਼ ਹੈ, ਰੱਬ ਦੀ ਬਖਸ਼ਿਸ਼ ਹੈ। ਰੱਬ ਦੀ ਬਖਸ਼ਿਸ਼ ਤੋਂ ਬਗੈਰ ਗੁਣ ਨਹੀਂ ਆ ਸਕਦੇ, ਔਗਣ ਆ ਸਕਦੇ ਆ। ਜੇ ਪਰਮਾਤਮਾ ਦੀ ਬਖਸ਼ਿਸ਼ ਹੋ ਜੇ ਤੇ ਹੁਣ ਪਰਮਾਤਮਾ ਬਖਸ਼ਿਸ਼ ਕਰਨ ਡਿਆ, ਸੂਰਜ ਕਿਰਨਾਂ ਦੇ ਰਿਹਾ, ਤੁਸੀਂ ਸੂਰਜ ਦੇ ਸਾਹਮਣੇ ਅੱਖਾਂ ਮੀਟ ਲਓ, ਸੂਰਜ ਦਾ ਕਸੂਰ ਕੀ ਹੈ? ਹੁਣ ਸੂਰਜ ਦੇ ਸਾਹਮਣੇ ਅੱਖਾਂ ਮੀਟ ਲਈਏ ਵੀ ਸੂਰਜ ਨਹੀਂ ਚੜ੍ਹਿਆ, ਸੂਰਜ ਚੜ੍ਹਿਆ, ਤੂੰ ਅੱਖਾਂ ਖੋਲ। ਤੇਰੀਆਂ ਅੱਖਾਂ ਬੰਦ ਨੇ, ਤੇਰੀਆਂ ਅੱਖਾਂ ਤੇ ਅਗਿਆਨਤਾ ਦੀ ਪੱਟੀ ਵੱਜੀ ਹੋਈ ਹੈ, ਤੇਰੀਆਂ ਅੱਖਾਂ ਤੇ ਭਰਮਾਂ ਦੀ ਪੱਟੀ ਵੱਜੀ ਹੋਈ ਹੈ, ਤੇਰੀਆਂ ਅੱਖਾਂ ਤੇ ਅੰਧਕਾਰ ਹੈ ਭਰਮਾਂ ਦਾ, ਅੰਧ ਵਿਸ਼ਵਾਸ ਦਾ, ਕਰਮ ਕਾਂਡਾਂ ਦਾ। ਉਹ ਕਰਮ ਕਾਂਡ, ਉਹ ਅੰਧ ਵਿਸ਼ਵਾਸ, ਉਹ ਭਰਮ ਤੇਰੇ ਤੇ ਰੱਬ ਦੀ ਬਖਸ਼ਿਸ਼ ਨਹੀਂ ਹੋਣ ਦੇ ਰਹੇ। ਕਿਉਂ? ਤੂੰ ਸੂਰਜ ਸਾਹਮਣੇ ਅੱਖਾਂ ਬੰਦ ਕਰਕੇ ਖਲੋਤਾ। ਤੇ ਜਦੋਂ ਤੇਰੀਆਂ ਅੱਖਾਂ ਖੁੱਲ ਗਈਆਂ ਨਾ, ਤੈਨੂੰ ਸੂਰਜ ਦੀ ਰੋਸ਼ਨੀ ਦਿਸਣੀ ਆ। ਜਦੋਂ ਅੱਖਾਂ ਦੇਖ ਲਈਆਂ ਨਾ, ਰੱਬ ਦੀ ਬਖਸ਼ਿਸ਼ ਦੇਖ ਲਈ। ਕਿਉਂਕਿ ਬਹੁਤ ਸਾਰਾ ਗਿਆਨ ਮਨੁੱਖ ਦੇ ਅੰਦਰ ਅੱਖਾਂ ਰਾਹੀਂ ਆਉਂਦਾ। ਸੰਸਾਰ ਅੱਖਾਂ ਰਾਹੀਂ ਦੇਖਦੇ ਆ, ਨਿਰੰਕਾਰ ਵੀ ਅੱਖਾਂ ਰਾਹੀਂ ਦੇਖਣਾ। ਜਿਸ ਅੱਖਾਂ ਨੂੰ ਗੁਰੂ ਅਮਰਦਾਸ ਮਹਾਰਾਜ ਨੇ ਕਿਹਾ, ਇਹ ਨੇਤਰੋ ਮੇਰਿਓ ਹਰ ਤੁਮ ਮੈਂ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ। ਵੇਖੋ, ਤੁਹਾਡੀਆਂ ਅੱਖਾਂ 'ਚ ਜੋਤ ਰੱਬ ਨੇ ਟਿਕਾਈ ਹੈ, ਤੇ ਰੱਬ ਨੇ ਜੋਤ ਟਿਕਾਈ ਹੈ ਕੁਝ ਵੇਖਣ ਵਾਸਤੇ ਟਿਕਾਈ ਹੈ। ਡਾਕਟਰ ਭਾਈ ਵੀਰ ਸਿੰਘ ਸਾਹਿਬ ਨੇ ਅੱਖਾਂ 'ਤੇ ਬੜੀ ਤਰਜਮਾਨੀ ਕੀਤੀ। ਅੱਖੀਓ ਤੱਕਣਾ ਬਾਣ ਤੁਹਾਡੀ, ਕੌਣ ਕਹੇ ਤੁਸੀਂ ਤੱਕੋ ਨਾ।
अखां दा सुभाਅ है, अखां ने वेखना है। डॉक्टर भाई वीर सिंह साहब कहते अखियो तकना बाण तुहाडी, कौन कहे तुसी तको ना, नहीं तको तुसी रज रज तको, तकदियां तकदियां थको ना। पर एक गल चेते रखियो, मैली मूल ना होयो जे, इस दाते दे अमृत दे विच तुसी जहर घोल भी फको ना। जे परमात्मा ने तुहानू अखियां दित्तियां ने ना, ते पराया धन पराया तन वेखण च ही ना बेकार कर छड़ियो। ये रब ने अखां दित्तियां ने ज्ञान प्राप्त करने वास्ते, रब वेखण वास्ते, निरंकार वेखण वास्ते। जिन्हां ने इन्हां अखियां राही रब नूं वेख्या, उन्हां रब नूं पा लिया। फिर उन्हां दा ही हालात, उन्हां दे जीवन की तर्जमानी सतगुरु गुरु ग्रंथ साहब महाराज ने इस तरह कर दी, गुर किरपा जे नरको कीनी तेह जुगत पछानी, नानक लीन भयो गोबिंद सिंह ज्यों पानी संग पानी। फिर उन्हां दे किरपा होई, जाको हर रंग लागो इस युग में, सो कहियत है सूरा, आत्म जिना सगल वस्ता कै जाका सतगुर पूरा। फिर उन्हां ते किरपा हुई जिन्हां ने अपनियां इन्हां अखां राही उस अकाल पुरख परमात्मा नूं डिठ लिया, देख लिया। बहुत वार असीं पारखू बने आ। मनुख बड़ा पारखू है, बड़ा टैक्नोलॉजी का जमाना है। हर चीज़ नूं ग्रहण करने वास्ते मनुख ने बड़ी काढ़ कढ़ लई है। तुरे जांदे पंछी नूं पछाण, तुरे उड़दे जांदे पंछी नूं पछाण लैंदा है, तुरे जांदे पशु नूं पछाण लैंदा, जानवर नूं पछाण लैंदा है, बंदा बंदे नूं पछाणन दे आ। मैं कहंदा तेरी तोर वेर के दस देना तू कित्थे जा रहा। पारखू बन गया, बड़ी तरक्की है। पर पारखू दूसरिਆਂ वास्ते अजे अपने आप ते नहीं। पारखू बनना सी ते अपने आप वास्ते बनना सी ना। अपने अंदर झाती मार दो, आप पछाण दो, आप देख दो रब नूं, निरंकार नूं, वाहिगुरू नूं। क्योंकि आप ते जे भरमां च पिया, आप ते जे अंध विश्वासां च पिया, आप ते जे भटकना च ही पिया, अपने जीवन चो भटकना खत्म नहीं हुई। भरमे भूला तत्त न जाना, भरमां दे विच पिया मनुख असल तत्त नूं नहीं समझण डिया, रब नूं नहीं समझण डिया। कारण गुरु गोबिंद सिंह साहब महाराज के बचन पढ़ते असीं नितनेम की बाणी च, को बतान को पूजत है बस को मृतान को पूजन धायो। कहण लगे संसार दे विच अजे कुछ रब नूं कोई बुत्तां नूं कह के पूजी जाण डिया, कोई मरतान मुरदियां नूं कह के पूजी जाण डिया। कूर गिरजा उरजो सब ही जग, श्री भगवान को भेद ना पायो। रब कित्थे है ये नहीं अखां ने जे वेख्या। इस चीज़ दे विच कूर किरिया उरजो सब ही जग, सारा संसार इस उलझना च उलझिया होया कि रब कित्थे है, इस गल दा भेद नहीं आया। इस गल दा जिहड़ा यकीन सी, विश्वास वजना सी, रब दे प्रति दृढ़ इरादा वजना सी, उन्हां अखां नाल ते रब नूं वेख्या ही नहीं, निरंकार नूं वेख्या नहीं, संसार नूं देख लिया, संसार दे उलझना च उलझ गए। पर वो मार्ग इक्को सी, गुरु दा शब्द, जिहड़ी अकाल पुरख परमात्मा की इबादत बाणी है, जिहड़ी कन्नां दे नाल सरवण कर रहे हैं कि वाह वाह बाणी निरंकार है, तिस जेवड़ डवर ना कोई। ਉਹਦੀ ਜੀਵੜਤਾ ਤੇ ਉਹਦੀ ਬਰਾਬਰਤਾ ਹੋਰ ਕੋਈ ਨਹੀਂ। ਚਾਹੀਦਾ ਤੇ ਅਸੀਂ ਉਹਦੀ ਸਿਫਤ ਸਲਾਹ, ਉਹਦੀ ਸ਼ਰਨ 'ਚ ਪੈਂਦੇ। ਔਰ ਜੀਵਨ ਦੇ ਵਿੱਚ ਵੇਖੋ ਜਿਨ੍ਹਾਂ ਨੇ ਰੱਬ ਦੀ ਸ਼ਰਨ ਲਈ ਹੈ ਨਾ, ਉਹ ਤਰ ਗਏ ਨੇ। ਤੇ ਜਿਨ੍ਹਾਂ ਰੱਬ ਦੀ ਸ਼ਰਨ ਛੱਡ ਕੇ ਪਰਸਨਲੀ ਮਨੁੱਖ ਦੀ ਸ਼ਰਨ ਲਈ ਹੈ, ਉਹਨਾਂ ਦਾ ਜ਼ਿਕਰ ਨਹੀਂ ਆਉਂਦਾ। ਇਸੇ ਦਰ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦੇ ਭਰਾਤਾ ਰਾਮ ਰਾਏ गुरु पिता की शरण छड्ड के औरंगजेब की शरण च गए ने। ना है किते, जिगर है किते। औरंगजेब की शरण चों भाई नंद लाल जी गुरु गोबिंद सिंह साहब महाराज की शरण च गए ने। रहिंदी दुनिया तक ना है। गुरु गोबिंद सिंह साहब महाराज की सिੱਖੀ धारण की है। उत्थे जाके
ਆਪਣੀ ਹੱਥ ਦੇ ਨਾਲ ਕਲਮ ਸਤਿਗੁਰੂ ਜੀ ਨੇ ਬਖਸ਼ ਦਿੱਤੀ। ਕਲਮਾਂ ਦੇ ਧਨੀ ਸਨ, ਵਿਦਵਾਨ ਸਨ, ਪੂਜਣ ਯੋਗ ਸਨ, ਸਤਿਕਾਰਯੋਗ ਸਨ। ਸੇਵਾ ਕਰਕੇ ਐਸਾ ਮਾਣ ਪ੍ਰਾਪਤ ਕੀਤਾ, ਗੁਰੂ ਦੀ ਸ਼ਰਨ 'ਚ ਗਏ ਆ ਨਾ। ਵਰਨਾ ਜੇ ਔਰੰਗਜ਼ੇਬ ਦੀ ਸ਼ਰਨ 'ਚ ਰਹਿੰਦੇ ਨਾ ਮੌਤ ਵੀ ਹੋਣੀ ਸੀ ਜਾਂ ਧਰਮ ਤਬਦੀਲ ਕਰਨਾ ਪੈਣਾ ਸੀ। ਇੱਕ ਚੀਜ਼ ਤੇ ਹੋਣੀ ਸੀ ਨਾ। ਤੇ ਫਿਰ ਅੰਦਰ ਇਹ ਹੀ ਫੁਰਨਾ ਆਇਆ, ਇਹੋ ਸਲਾਹ ਹੀ ਵੀ ਰੱਬ ਦੀ ਸ਼ਰਨ 'ਚ ਚਲੇ ਜਾਓ, ਜੀਵਨ ਬਚ ਜਾਵੇਗਾ, ਧਰਮ ਬਚ ਜਾਵੇਗਾ। ਕਿਉਂਕਿ ਰੱਬ ਦੀ ਸ਼ਰਨ, ਪਰਮਾਤਮਾ ਦੀ ਸ਼ਰਨ 'ਚ, ਗੁਰੂ ਸਾਹਿਬ ਦੀ ਸ਼ਰਨ 'ਚ ਜਿਹੜੇ ਵੀ ਆਏ ਨੇ, ਕਦੇ ਕਿਸੇ ਨੂੰ ਕੋਈ ਧਰਮ ਤਬਦੀਲ ਕਰਨ ਵਾਸਤੇ ਨਹੀਂ ਕਿਹਾ। ਉਹਨਾਂ ਨੂੰ ਉਹਨਾਂ ਦੇ ਧਰਮ ਵਿੱਚ ਪੱਕਿਆਂ ਰਹਿਣ ਦੀ ਗੱਲ ਕੀਤੀ ਹੈ ਵੀ ਤੁਸੀਂ ਆਪਣੇ ਧਰਮ ਦੇ ਗੁਣ ਆਪ ਅਪਣਾ ਕੇ ਪੱਕੇ ਬਣੋ, ਧਰਮੀ ਬਣੋ, ਤੇ ਉਸ ਅਕਾਲ ਪੁਰਖ ਪਰਮਾਤਮਾ ਦੀ ਇਬਾਦਤ ਕਰੋ। ਤੇ ਗੁਰੂ ਦੀ ਸ਼ਰਨ 'ਚ ਪਿਆ ਭਾਈ ਨੰਦ ਲਾਲ ਸਿੰਘ ਜੀ ਨੇ ਜੀਵਨ ਨੂੰ ਸਫਲ ਕਰ ਲਿਆ, ਕੁੱਲਾਂ ਨੂੰ ਤਾਰ ਲਿਆ। ਇਹ ਰੱਬ ਦੀ ਸ਼ਰਨ ਹੈ, ਅਕਾਲ ਪੁਰਖ ਪਰਮਾਤਮਾ ਦੀ ਕਿਰਪਾ ਹੈ, ਜਿਹੜੀ ਪਰਮਾਤਮਾ ਨੇ ਤੇਰੇ ਤੇ ਵੀ ਕਿਰਪਾ ਕੀਤੀ ਹੈ। ਤੈਨੂੰ ਵੀ ਆਵਾਜ਼ ਮਾਰ ਕੇ ਸਤਿਗੁਰੂ ਇਹ ਕਹਿੰਦੇ ਨੇ। ਇਹ ਨਾ ਕਹੋ ਵੀ ਰੱਬ ਆਵਾਜ਼ ਨਹੀਂ ਮਾਰਦਾ, ਰੱਬ ਅੱਜ ਵੀ ਆਵਾਜ਼ ਮਾਰਦਾ ਹੈ। ਆਵੋ ਸਿੱਖ ਸਤਿਗੁਰ ਕੇ ਪਿਆਰਿਓ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਆਵੋ ਆ ਗਾਓ ਉਸ ਅਕਾਲ ਪੁਰਖ ਪਰਮਾਤਮਾ ਦੀ ਇਬਾਦਤ। ਆਵੋ ਸਿੱਖ ਸਤਿਗੁਰ ਕੇ ਪਿਆਰਿਓ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਫਿਰ ਬਾਣੀ। ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ। ਸਤਿਗੁਰੂ ਤੋਂ ਬਿਨਾ ਹੋਰ ਕੱਚੀ ਹੈ ਬਾਣੀ। ਤੂੰ ਗੁਰੂ ਦੇ ਲਾੜਾ, ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਜੋ, ਕਿਆ ਕਰੇ ਵਿਚਾਰੀਆ, ਤੁਧ ਬਾਜ ਸਮਰੱਥ ਗੁਰੂ ਨਾਹੀ, ਕਿਰਪਾ ਕਰ ਬਨਵਾਰੀਆ, ਕਿਰਪਾ ਕਰ ਬਨਵਾਰੀਆ। ਇਹ ਕਿਰਪਾ ਕਰ ਬਨਵਾਰੀ ਅਕਾਲ ਪੁਰਖ ਪਰਮਾਤਮਾ, ਤੂੰ ਹੀ ਰਹਿਮਤ ਕਰ ਸਤਿਗੁਰੂ। ਸਤਿਗੁਰੂ ਅੱਜ ਵੀ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ, ਚੱਲ ਸਤਿਗੁਰੂ ਕੋਟ ਪੈਂਡਾ ਆਗੇ ਹੋਏ ਲੇਤ ਹੈ। ਗੁਰੂ ਤੇ ਅੱਜ ਵੀ ਲੈਣ ਜਾਂਦਾ, ਗੁਰੂ ਅੱਜ ਵੀ ਬਾਂਹ ਫੜਦਾ। ਫੜਾ ਨਾ, ਆ ਨਾ ਗੁਰੂ ਦੀ ਸ਼ਰਨ 'ਚ। ਗੁਰੂ ਦੀ ਸ਼ਰਨ, ਗੁਰੂ ਦਾ, ਸਿੱਖ ਦਾ, ਦੋਵਾਂ ਦੀ ਪ੍ਰੀਤ ਹੈ, ਦੋਨੋਂ ਪਾਛੜ ਪ੍ਰੀਤ ਹੈ, ਦੋਨੋਂ ਪਾਛੜ ਪ੍ਰੀਤ ਹੈ। ਜਿਵੇਂ ਅਸੀਂ ਉਦਾਹਰਣ ਦਿੰਦੇ ਹਾਂ ਨਾ, ਮਛਲੀ ਦੀ ਪਾਣੀ ਦੀ ਪ੍ਰੀਤ ਹੈ, ਉਹ ਇੱਕ ਪਾਛੜ ਹੈ। ਮਛਲੀ ਦੀ ਪ੍ਰੀਤ ਪਾਣੀ ਨਾਲ ਹੈ, ਲੇਕਿਨ ਪਾਣੀ ਦੀ ਮਛਲੀ ਨਾਲ ਨਹੀਂ। ਜੇ ਪਾਣੀ ਦੀ ਮਛਲੀ ਨਾਲ ਹੁੰਦੀ ਤੇ ਪਾਣੀ 'ਚ ਜਾਲ ਪਿਆ ਸੀ ਤੇ ਪਾਣੀ ਬਚਾਉਂਦਾ ਨਾ ਮਛਲੀ ਨੂੰ ਵੀ ਨਾ ਫਸ। ਪਾਣੀ ਨੇ ਨਹੀਂ ਬਚਾਇਆ, ਸ਼ਿਕਾਰੀ ਨੇ ਜਾਲ ਪਾਇਆ, ਮਛਲੀ ਜਾਲ 'ਚ ਫਸ ਗਈ। ਪਾਣੀ ਦੀ ਪ੍ਰੀਤ ਨਹੀਂ ਸੀ, ਇੱਕ ਪਾਛੜ ਪ੍ਰੀਤ ਸੀ। ਗੁਰੂ ਦੀ ਤੇ ਸਿੱਖ ਦੀ ਦੋਨੋਂ ਪਾਸੇ ਦੀ ਪ੍ਰੀਤ ਹੈ। ਭੌਰੇ ਦੀ ਤੇ ਫੁੱਲ ਦੀ ਇੱਕ ਪਾਛੜ ਪ੍ਰੀਤ ਸੀ। ਭੌਰੇ ਦੀ ਪ੍ਰੀਤ ਫੁੱਲ ਤੱਕ ਸੀ, ਪਰ ਫੁੱਲ ਨੇ ਤੇ ਘੁੱਟ ਕੇ ਮਾਰ ਦਿੱਤਾ। ਪਤੰਗੇ ਦੀ ਪ੍ਰੀਤ ਦੀਵੇ ਨਾਲ ਸੀ, ਪਰ ਦੀਵੇ ਨੇ ਤੇ ਸਾੜ ਦਿੱਤਾ। ਇੱਕ ਪਾਛੜ ਪ੍ਰੀਤ ਹੈ। ਗੁਰੂ ਦੀ ਤੇ ਸਿੱਖ ਦੀ ਦੋਨੋਂ ਪਾਛੜ ਪ੍ਰੀਤ ਹੈ। ਜਿਹੜਾ ਗੁਰੂ ਦੀ ਤੇ ਸਿੱਖ ਦੀ ਪ੍ਰੀਤ ਹੈ, ਉਹ ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਨੇ ਕਿ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ, ਚੱਲ ਸਤਿਗੁਰ ਕੋਟ ਪੈਂਡਾ ਅੱਗੇ ਹੋਏ ਲੇਤ ਹੈ। ਤੂੰ ਤੁਰਨ ਤੇ ਸਹੀ ਭਾਵਨਾ ਬਣਾ ਕੇ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਪਾਉਂਟਾ ਸਾਹਿਬ ਦੀ ਧਰਤੀ ਤੇ ਤੁਰੇ ਜਾ ਰਹੇ ਸਨ ਨਾ, ਨਾਲ ਨਿਕਟਵਰਤੀ ਸਿੱਖ ਵੀ ਸਨ, ਭਾਈ ਨੰਦ ਲਾਲ ਸਿੰਘ ਜੀ ਸਨ। ਤੇ ਸਾਖੀਕਾਰ ਅਸੀਂ ਸੁਣਦੇ ਹਾਂ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਹੱਥ 'ਚ ਇੱਕ ਛੋਟਾ ਜਿਹਾ ਵੱਟਾ ਸੀ ਪੱਥਰ ਦਾ, ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਪਾਣੀ 'ਚ ਸੁੱਟ ਦਿੱਤਾ। ਚੱਲਦਾ ਹੋਇਆ ਪਾਣੀ ਦੀ ਵਹੀਰ ਚੱਲਦਿਆਂ ਸੁੱਟ ਦਿੱਤੀ। ਕਿਸੇ ਨੂੰ ਪੁੱਛਿਆ ਮੇਰੇ ਹੱਥ 'ਚ ਵੱਟਾ ਸੀ, ਕਿੱਥੇ ਗਿਆ? ਕਹਿਣ ਲੱਗੇ ਤੁਸੀਂ ਪਾਣੀ 'ਚ ਸੁੱਟਿਆ। ਪਾਣੀ ਦਾ ਸੁਭਾਅ ਹੈ, ਪਾਣੀ ਨੇ ਡੋਬ ਲਿਆ, ਪਾਣੀ 'ਚ ਡੁੱਬ ਗਿਆ। ਕਿਸੇ ਨੇ ਪੁੱਛਿਆ ਭਾਰਾ ਸੀ ਤਾਂ ਡੁੱਬ ਗਿਆ, ਕਿਸੇ ਨੇ ਕੁਝ, ਕਿਸੇ ਨੇ ਕੁਝ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਸ਼ਮੇਸ਼ ਪਿਤਾ ਕਲਗੀਧਰ ਪਾਤਸ਼ਾਹ ਭਾਈ ਨੰਦ ਲਾਲ ਜੀ ਨੂੰ ਕਹਿੰਦੇ ਨੇ, ਨੰਦ ਲਾਲ ਜੀ ਤੁਸੀਂ ਦੱਸੋ ਵੱਟਾ ਕਿੱਥੇ ਹੈ? ਤੇ ਭਾਈ ਨੰਦ ਲਾਲ ਜੀ ਨੇ ਜਵਾਬ ਦਿੱਤਾ ਸੀ, ਪਾਤਸ਼ਾਹ ਜਿਹੜਾ ਤੇਰੇ ਹੱਥੋਂ ਛੁੱਟ ਗਿਆ ਉਹ ਡੁੱਬ ਗਿਆ, ਜਿਹਦੀ ਬਾਂਹ ਤੂੰ ਛੱਡ ਦਿੱਤੀ ਉਹ ਡੁੱਬ ਗਿਆ। ਮੈਂ ਤੇ ਇਹ ਹੀ ਜਾਣਦਾ ਕਹਿੰਦੇ। ਤੇ ਜਿਹੜਾ ਗੁਰੂ ਤੋਂ ਬਾਂਹ ਛਡਾ ਲੈਂਦਾ ਹੈ ਉਹ ਹੀ ਡੁੱਬਦਾ ਹੈ। ਅਸੀਂ ਹਮੇਸ਼ਾ ਸਤਿਗੁਰੂ ਜੀ ਨੂੰ ਨਤਮਸਤਕ ਹੋ ਕੇ ਅਕਾਲ ਪੁਰਖ ਪਰਮਾਤਮਾ ਨੂੰ ਆਪਣੀਆਂ ਨਜ਼ਰਾਂ ਨਾਲ ਦੇਖ ਕੇ
ਉਹਦੀ ਸ਼ਰਨ 'ਚ ਬੈਠੇ ਹਾਂ ਤੇ ਉਹ ਕਦੇ ਵੀ ਡੁੱਬਣ ਨਹੀਂ ਦਿੰਦਾ। ਉਹ ਜੋ ਤੈਨੂੰ ਸਮਝਾਉਂਦਾ ਹੈ ਨਾ, ਉਹ ਜਿਹੜੀ ਤੇਰੀ ਡੈਫੀਨੇਸ਼ਨ ਹੈ ਸਿੱਖ ਦੀ, ਉਹ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਬੜੀ ਸਪਸ਼ਟ ਲਫ਼ਜ਼ਾਂ ਦੇ ਵਿੱਚ ਸਮਝਾ ਦਿੱਤੀ ਹੈ ਕਿ ਜੇ ਤੂੰ ਆਵੇਂ ਗੁਰ ਕੈ ਗ੍ਰਹਿ ਸੇਵਕ ਜੋ ਰਹਿ ਤੇ ਗੁਰ ਕੀ ਆਗਿਆ ਮਨ ਮੈਂ ਸਹਿ। ਜੇ ਤੂੰ ਆਵੇਂ ਨਾ ਗੁਰੂ ਦੇ ਘਰ, ਗੁਰ ਦਾ ਗ੍ਰਹਿ, ਤੇ ਫਿਰ ਗੁਰੂ ਦੇ ਹੁਕਮ ਨੂੰ ਮੰਨ, ਗੁਰੂ ਦੇ ਭਾਣੇ ਨੂੰ ਮੰਨ, ਗੁਰੂ ਦੀ ਰਜ਼ਾ ਨੂੰ ਮੰਨ। ਜੋ ਗੁਰ ਕਹੈ ਸੋਈ ਭਲ ਮਾਨੋ। ਫਿਰ ਉਹਦਾ ਅਕਾਲ ਪੁਰਖ ਪਰਮਾਤਮਾ ਦੀ ਇਬਾਦਤ ਕਰ। ਗੁਰ ਕੈ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ। ਆਪਸ ਕਉ ਕਰ ਕਛ ਨਾ ਜਨਾਵੈ ਹਰ ਹਰ ਨਾਮ ਹਿਰਦੈ ਸਦ ਗਾਵੈ। ਆਪਾ ਭਾਵ ਤਿਆਗ ਦਵੀਂ, ਆਪਣਾ ਘੁਮੰਡ ਤਿਆਗ ਦਵੀਂ, ਹਰ ਹਰ ਨਾਮ ਹਿਰਦੈ ਸਦ ਗਾਵੈ। ਹਰੀ ਦਾ ਪਰਮਾਤਮਾ ਦਾ ਨਾਮ ਹੀ ਗਾਵੀਂ ਆਪਣੀ ਰਸਨਾ ਦੇ ਨਾਲ। ਮਨ ਵੇਚਾ ਸਤਿਗੁਰ ਕੈ ਪਾਸ ਤੇ ਸੇਵਕ ਕੇ ਕਾਰਜ ਰਾਸ। ਮਨ ਨੂੰ ਅਰਪਣ ਕਰ ਦਵੀਂ ਤੇ ਦੁਨੀਆ ਤੇ ਕੋਈ ਇਹੋ ਜਿਹਾ ਕਾਰਜ ਨਹੀਂ ਜਿਹੜਾ ਰੱਬ ਨਾ ਕਰੇ। ਰੱਬ ਸਾਰੇ ਹੀ ਕਾਰਜ ਕਰਦਾ ਹੈ ਔਰ ਕੀਤੇ ਵੀ ਨੇ। ਕਿਹੜਾ ਨਹੀਂ ਰੱਬ ਕਰਦਾ। ਜੀਓ ਪਿੰਡ ਜਿਨ ਸਾਜਿਆ ਦਿੱਤਾ ਪਹਿਨਣ ਖਾਣ। ਉਹਨੇ ਇਕੱਲਾ ਸਰੀਰ ਹੀ ਥੋੜ੍ਹਾ ਦਿੱਤਾ ਸੀ, ਢਾਂਚਾ ਹੀ ਥੋੜ੍ਹਾ ਰਚਿਆ ਸੀ। ਉਹਨੇ ਤੇ ਪਹਿਨਣ ਨੂੰ ਵੀ ਦਿੱਤਾ ਹੈ, ਖਾਣ ਨੂੰ ਵੀ ਦਿੱਤਾ ਹੈ, ਹੰਡਾਉਣ ਨੂੰ ਵੀ ਦਿੱਤਾ ਹੈ। ਜੋ ਰੱਬ ਤੋਂ ਨਹੀਂ ਮੰਗਿਆ ਰੱਬ ਨੇ ਉਹ ਵੀ ਦਿੱਤਾ ਹੈ। ਬੋਲਣ ਵਾਸਤੇ ਜ਼ੁਬਾਨ ਰੱਬ ਕੋ ਨਹੀਂ ਮੰਗੀ, ਸਰੀਰ ਦੇ ਅੰਗ ਰੱਬ ਕੋ ਨਹੀਂ ਮੰਗੇ, ਰੱਬ ਨੇ ਦਿੱਤੇ ਨੇ। ਔਰ ਇਕੱਲੇ ਉਹਨੇ ਅੰਗ ਹੀ ਨਹੀਂ ਦਿੱਤੇ। ਜੇ ਬੋਲਣ ਵਾਸਤੇ ਰੱਬ ਦੀ ਇਬਾਦਤ ਜ਼ੁਬਾਨ ਦਿੱਤੀ ਹੈ ਤਾਂ ਪੁੱਛ ਕੇ ਵੇਖੀ, ਜਿਨ੍ਹਾਂ ਕੋਲ ਜ਼ੁਬਾਨ ਨਹੀਂ ਉਹਨਾਂ ਨੂੰ ਪੁੱਛੀ ਇਹਦੀ ਕਦਰ ਕੀ ਹੈ। ਦੇਖਣ ਵਾਸਤੇ ਰੱਬ ਨੇ ਅੱਖਾਂ ਦਿੱਤੀਆਂ ਨੇ, ਉਹਨਾਂ ਨੂੰ ਪੁੱਛ ਕੇ ਵੇਖੀ ਜਿਨ੍ਹਾਂ ਕੋਲ ਅੱਖਾਂ ਨਹੀਂ। ਮਨ ਵੇਚਿਆ ਸਤਿਗੁਰ ਕੈ ਪਾਸ ਤੇ ਸੇਵਕ ਕੇ ਕਾਰਜ ਰਾਸ। ਸਤਿਗੁਰੂ ਅਗਲੀ ਪੰਕਤੀ 'ਚ ਸਮਝਾਉਂਦੇ ਨੇ, ਸੇਵਾ ਕਰਤ ਹੋਏ ਨੇ ਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ। ਤੂੰ ਨਿਸ਼ਕਾਮ ਭਾਵਨਾ ਦੇ ਨਾਲ ਉਸ ਅਕਾਲ ਪੁਰਖ ਪਰਮਾਤਮਾ ਦੀ ਇਬਾਦਤ ਕਰੀ, ਰੱਬ ਮਿਲ ਜਾਵੇਗਾ। ਦਾਤਾਂ ਦੇ ਨਾਲ ਨਾ ਜੁੜੀ, ਦਾਤਾਂ ਦੇਣ ਵਾਲੇ ਦੇ ਨਾਲ ਜੁੜੀ। ਸੁਰਤੀ ਇਹ ਰੱਖੀ ਵੀ ਜਿਹਨੇ ਦਾਤਾਂ ਦਿੱਤੀਆਂ, ਜਿਹਨੇ ਸਰੀਰ ਦਿੱਤਾ, ਜਿਹਨੇ ਸੰਸਾਰ ਦੇ ਸੁੱਖ ਦਿੱਤੇ ਨੇ, ਉਹ ਕਿੱਡਾ ਮਹਾਨ ਹੈ। ਵਰਨਾ ਅੱਜ ਦਾਤਾਂ ਨਾਲ ਮੋਹ ਪੈ ਗਿਆ, ਦਾਤੇ ਨਾਲ ਨਹੀਂ ਹੈ। ਕਿਸੇ ਰੱਬੀ ਇਬਾਦਤ ਕਰਨ ਵਾਲੇ ਨੇ, ਜਗਿਆਸੂ ਨੇ ਰੱਬੀ ਬੰਦਗੀ ਕਰਨ ਵਾਲੇ ਨੂੰ ਪੁੱਛਿਆ ਸੀ, ਜਿਹੜੇ ਲੋਕ ਮੰਦਰਾਂ ਦੇ ਵਿੱਚ, ਮਸਜਿਦਾਂ ਦੇ ਵਿੱਚ, ਗੁਰਦੁਆਰਿਆਂ 'ਚ ਜਾਂਦੇ ਨੇ, ਇਹ ਰੱਬ ਮੰਗਣ ਜਾਂਦੇ ਨੇ? ਉਹਨੇ ਕਿਹਾ ਨਹੀਂ, ਤੂੰ ਇਕੱਲੇ ਇਕੱਲੇ ਨੂੰ ਪੁੱਛ ਲੈ। ਕੋਈ ਸੁੱਖ ਮੰਗ ਰਿਹਾ, ਕੋਈ ਦੁੱਧ ਮੰਗ ਰਿਹਾ, ਕੋਈ ਪੁੱਤ ਮੰਗ ਰਿਹਾ, ਕੋਈ ਕੁਝ ਮੰਗ ਰਿਹਾ, ਕੁਝ ਮੰਗ ਰਿਹਾ। ਉਹਨੇ ਕਿਹਾ ਤੂੰ ਇਕੱਲੇ ਇਕੱਲੇ ਨੂੰ ਖਿਲਾਰ ਕੇ ਪੁੱਛੀ ਜਾ ਕੀ ਮੰਗ ਰਹੇ ਨੇ। ਉਹਨੇ ਪੁੱਛਿਆ ਸੀ, ਉਹਨੇ ਕਿਹਾ ਜਦੋਂ ਤੂੰ ਸਾਰਿਆਂ ਨੂੰ ਪੁੱਛ ਲਵੇਂਗਾ, ਮੈਂ ਤੇਰੀ ਗੱਲ ਦਾ ਜਵਾਬ, ਤੇਰੀ ਗੱਲ ਦਾ ਆਨਸਰ ਬਾਅਦ 'ਚ ਦੇਵਾਂਗਾ, ਪਹਿਲਾਂ ਇਹਨਾਂ ਨੂੰ ਪੁੱਛ ਲੈ। ਫਿਰ ਉਹਨੇ ਪੁੱਛਿਆ ਸੀ, ਜਦੋਂ ਸਾਰਿਆਂ ਨੂੰ ਪੁੱਛਿਆ, ਉਹਨੇ ਕਿਹਾ ਮਹਾਤਮਾ ਨੂੰ, ਜਿਹੜੇ ਅਕਾਲ ਪੁਰਖ ਪਰਮਾਤਮਾ ਦੀ ਇਬਾਦਤ ਕਰਨ ਵਾਲਾ ਸੀ, ਉਹਨੇ ਕਿਹਾ ਤੁਸੀਂ ਸੱਚ ਕਿਹਾ, ਇਹ ਲੋਕ ਰੱਬ ਨਹੀਂ ਮੰਗਦੇ, ਰੱਬ ਕੋਲੋਂ ਦਾਤਾਂ ਮੰਗਦੇ ਆ। ਪਰ ਕਹਿਣ ਲੱਗਾ ਜੇ ਰੱਬ ਨੂੰ ਮੰਗ ਲੈਣ, ਜੇ ਰੱਬ ਕੋਲੋਂ ਮੰਗਦੇ ਨੇ ਤੇ ਰੱਬ ਨੇ ਤਾਂ ਸਭ ਕੁਝ ਦਿੱਤਾ ਹੈ। ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ। ਤਿਨ ਹੀ ਸੁਣਿਆ ਦੁੱਖ ਸੁੱਖ ਮੇਰਾ ਤਉ ਬਿਦ ਨੀਕੀ ਖਟਾਨੀ। ਉਹਨੇ ਇਕੱਲਾ ਤਨ ਮਨ ਧਨ ਹੀ ਨਹੀਂ ਦਿੱਤਾ, ਉਹ ਤੇ ਦੁੱਖ ਸੁੱਖ ਦਾ ਭਾਈਵਾਲ ਵੀ ਹੈ। ਉਹ ਤੇ ਤੇਰਾ ਦੁੱਖ ਵੀ ਤੇ ਸੁੱਖ ਵੀ ਰੱਬ ਹੀ ਸੁਣਦਾ। ਦੁਨੀਆ ਤੇ ਕੌਣ ਸੁਣਦਾ ਦੁੱਖ ਦੇ ਸੁੱਖ? ਹੋਰ ਕਿਸੇ ਨੂੰ ਦੁੱਖ ਸੁੱਖ ਨਹੀਂ ਸੁਣਾਇਆ ਜਾਂਦਾ। ਤੇ ਦੁੱਖ ਸੁੱਖ ਦੀ ਅਰਦਾਸ ਗੁਰੂ ਚਰਨਾਂ 'ਚ ਕੀਤੀ ਜਾਂਦੀ ਹੈ। ਤੇ ਦੁੱਖ ਕੱਟਣ ਵਾਲਾ ਅਕਾਲ ਪੁਰਖ ਪਰਮਾਤਮਾ ਹੈ, ਚਿੰਤਾ ਕੱਟਣ ਵਾਲਾ ਰੱਬ ਹੈ, ਜਿਹਦੇ ਚਰਨਾਂ 'ਚ ਇਹ ਜੁੜ ਕੇ ਅਰਦਾਸ ਕਰਨੀ ਹੈ ਕਿ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਚਾਰ ਕੁੰਟ ਦੇ ਦਿਸ ਭ੍ਰਮੇ ਥੱਕ ਆਏ ਪ੍ਰਭ ਕੀ ਸ਼ਾਮ।
ਧੇਨ ਦੁਦਾ ਤੇ ਬਾਹਰੀ ਕਿਤੇ ਨਾ ਆਵੇ ਕਾਮ। ਅਸੀਂ ਚਾਰੇ ਕੁੰਟਾਂ ਦਸੇ ਦਿਸ਼ਾਵਾਂ ਥੱਕ ਕੇ ਤੇਰੀ ਸ਼ਰਨ ਚ ਆ ਗਏ ਹਾਂ ਗੁਰੂ ਜੀ। ਜਦੋਂ ਨਿਸ਼ਕਾਮ ਭਾਵਨਾ ਨਾਲ ਅੱਗੇ ਰੱਬ ਦੀ ਕਿਰਪਾ ਹੋ ਜਾਣੀ ਹੈ, ਫਿਰ ਈਤ ਊਤ ਨਹੀਂ ਵਿਛੜਿਆ ਸੋ ਸੰਗੀ ਗਣੀਆਂ। ਫਿਰ ਰੱਬ ਲੋਕ ਦੇ ਵਿੱਚ ਵੀ ਤੇ ਪਰਲੋਕ ਦੇ ਵਿੱਚ ਵੀ ਸਹਾਇਤਾ ਕਰਦਾ। ਫਿਰ ਲੋਕ ਸੁਖੀਏ ਪਰਲੋਕ ਸਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਫਿਰ ਜੀਵਨ 'ਚ ਚੰਗੇ ਗੁਣ ਆ ਜਾਂਦੇ ਨੇ, ਜੀਵਨ ਦੀ ਸ਼ਿੰਗਾਰ ਬਣ ਜਾਂਦੇ ਨੇ, ਜੀਵਨ ਪਰਮਾਤਮਾ ਦੀ ਸ਼ਰਨ ਦਾ ਓਟ ਆਸਰਾ ਲੈ ਲੈਂਦਾ। ਸਤਿਗੁਰੂ ਕਿਰਪਾ ਕਰਨ। ਪਾਵਨ ਗੁਰਮੁਖ ਵਿਚਾਰਾਂ ਦੀ ਗੁਰਬਾਣੀ ਦੀ ਸਾਂਝ ਪਾਉਂਦਿਆਂ ਇੱਕ ਨਹੀਂ ਅਨੇਕਾਂ ਭੁੱਲਾਂ ਹੋ ਗਈਆਂ ਨੇ। ਗੁਰੂ ਕੀ ਸੰਗਤ ਗੁਰੂ ਜੀ ਬਖਸ਼ਣ ਯੋਗ ਹੈ। ਹੋਈਆਂ ਭੁੱਲਾਂ ਦੀ ਮੁਆਫੀ ਕੋਟਾਨ ਕੋਟ ਸ਼ੁਕਰ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ। ਬਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।